ਸਤਿ ਸ਼੍ਰੀ ਅਕਾਲ ਦੋਸਤੋ, ਲੈ ਕੇ ਹਾਜ਼ਰ ਹਾਂ ਨਵੀਂ ਕਹਾਣੀ। ਕਾਜਲ ਦੇ ਵਿਆਹ ਨੂੰ 5 ਸਾਲ ਹੋ ਚੁੱਕੇ ਸਨ ਤੇ ਅਜੇ ਤੱਕ ਉਸ ਦੇ ਪਤੀ ਉਸ ਦੇ ਕਮਰੇ ਵਿੱਚ ਇੱਕ ਵਾਰ ਵੀ ਨਹੀਂ ਆਇਆ ਸੀ। ਕਾਜਲ ਨੂੰ ਬਹੁਤ ਅਜੀਬ ਲੱਗ ਰਿਹਾ ਸੀ ਤੇ ਉਸ ਨੂੰ ਉਸ ਘਰ ਵਿੱਚ ਥੋੜ੍ਹੀ ਘੁਟਨ ਵੀ ਮਹਿਸੂਸ ਹੋ ਰਹੀ ਸੀ। ਇੱਕ ਤਾਂ ਇੰਨੀ ਵੱਡੀ ਹਵੇਲੀ ਵਿੱਚ ਉਸ ਨੂੰ ਮਿਲਿਆ ਕਿ ਸਿਰਫ 6 ਲੋਕ ਹੀ ਸੀ। ਉਸ ਦੇ ਜੇਠ ਜੀ, ਉਸ ਦੀ ਸੱਸ, ਉਸ ਦੇ ਪਤੀ ਤੇ ਜੇਠ ਜੀ ਦੀ ਬੇਟੀ ਕਲਪਨਾ, ਬਸ ਇੰਨੇ ਹੀ ਲੋਕ ਸੀ ਤੇ ਇੱਕ ਬੁੱਢਾ ਨੌਕਰ ਸੀ ਜੋ ਘਰ ਦਾ ਕੰਮ ਕਰਨ ਦੇ ਨਾਲ ਨਾਲ ਖਾਣਾ ਵੀ ਬਣਾ ਦਿਆ ਕਰਦਾ ਸੀ। ਸਾਰਾ ਦਿਨ ਤਾਂ ਉਹ ਹਵੇਲੀ ਦੀ ਸਾਫ਼ ਸਫਾਈ 'ਚ ਲੱਗਿਆ ਰਹਿੰਦਾ ਕਿਉਂਕਿ ਹਵੇਲੀ ਬਹੁਤ ਵੱਡੀ ਸੀ। ਜੇਠ ਜੀ ਦੀ ਬੇਟੀ ਹੋਸਟਲ 'ਚ ਰਹਿ ਕੇ ਪੜ੍ਹਾਈ ਕਰਦੀ ਸੀ, ਪਰ ਹੁਣ ਉਹ ਵੀ ਘਰ ਵਿੱਚ ਹੀ ਸੀ ਤੇ ਉਹ ਵੀ ਆਪਣੇ ਆਪ 'ਚ ਹੀ ਰਹਿੰਦੀ ਸੀ। ਹੁਣ ਇੰਨੀ ਵੱਡੀ ਹਵੇਲੀ 'ਚ ਕਾਜਲ ਆਪਣੇ ਕਮਰੇ ਵਿੱਚ ਇਕੱਲੀ ਬੈਠੀ ਰਹਿੰਦੀ। ਉਸ ਦੀ ਸੱਸ ਵੀ ਉਸ ਨਾਲ ਜ਼ਿਆਦਾ ਮਤਲਬ ਨਹੀਂ ਰੱਖਦੀ ਸੀ। ਜੇਠ ਜੀ ਤਾਂ ਕੰਮ ਦੇ ਸਿਲਸਿਲੇ ਵਿੱਚ ਲੱਗੇ ਰਹਿੰਦੇ ਤੇ ਉਸ ਦਾ ਪਤੀ ਸਾਰਾ ਦਿਨ ਕਿੱਥੇ ਗਾਇਬ ਰਹਿੰਦਾ, ਕਾਜਲ ਨੂੰ ਬਿਲਕੁਲ ਵੀ ਪਤਾ ਨਹੀਂ ਸੀ। ਉਸ ਨੂੰ ਕੁਝ ਵੀ ਚਾਹੀਦਾ ਹੁੰਦਾ ਤਾਂ ਉਹ ਬੁੱਢੇ ਨੌਕਰ ਨੂੰ ਆਵਾਜ਼ ਦੇ ਦਿੰਦੀ ਸੀ ਤੇ ਉਹ ਵੀ ਮਸ਼ੀਨ ਦੀ ਤਰ੍ਹਾਂ ਆ ਕੇ ਆਪਣਾ ਕੰਮ ਕਰਕੇ ਚਲਿਆ ਜਾਂਦਾ। ਇੱਕ ਦਿਨ ਸ਼ਾਮ ਨੂੰ ਕਾਜਲ ਦੀ ਸੱਸ ਉਸ ਦੇ ਕਮਰੇ 'ਚ ਆਈ ਤਾਂ ਕਾਜਲ ਉੱਠ ਕੇ ਖੜੀ ਹੋ ਗਈ। ਸੱਸ ਨੂੰ ਦੇਖ ਕੇ ਘਬਰਾਹਟ ਦੇ ਕਾਰਨ ਉਸ ਦੀਆਂ ਅੱਖਾਂ 'ਚ ਹੰਝੂ ਆਉਣ ਲੱਗੇ। ਆਪਣੀ ਸੱਸ ਦੇ ਰੋਹਬ ਦੇ ਅੱਗੇ ਉਹ ਕੰਬਣ ਲੱਗੀ। ਉਸ ਦੀ ਸੱਸ ਨੇ ਬਹੁਤ ਹੀ ਕੀਮਤੀ ਗੁਲਾਬੀ ਰੰਗ ਦਾ ਸੂਟ ਪਾਇਆ ਹੋਇਆ ਸੀ। ਉਸ ਦੇ ਗਲ 'ਚ ਰਾਣੀ ਹਾਰ ਜਗਮਗ ਕਰ ਰਿਹਾ ਸੀ। ਬਾਲਾਂ ਦੇ ਵੱਡੇ ਜੂੜੇ 'ਚ ਚਮੇਲੀ ਦੇ ਗੁਲਾਬ ਦੇ ਫੁੱਲਾਂ ਦਾ ਗਜਰਾ ਮਹਿਕ ਰਿਹਾ ਸੀ ਤੇ ਪਾਨ ਖਾਣ ਨਾਲ ਲਾਲ ਹੋਏ ਬੁੱਲ੍ਹਾਂ ਨੂੰ ਸੁਰਖੀ ਦੀ ਲੋੜ ਨਹੀਂ ਸੀ। ਉਹ ਆਪਣੀ ਬਹੂ ਦੇ ਬਿਸਤਰੇ ਦੇ ਕੋਲ ਰੱਖੇ ਹੋਏ ਆਲੀਸ਼ਾਨ ਸੋਫੇ 'ਤੇ ਬੈਠ ਗਈ ਤੇ ਆਪਣੀ ਭਰੀ ਆਵਾਜ਼ 'ਚ ਕਹਿਣ ਲੱਗੀ ਕਿ ਮੈਂ ਤੇਰੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਆ। ਕਾਜਲ ਉਹਨਾਂ ਦੇ ਬਿਲਕੁਲ ਨੇੜੇ ਖੜੀ ਸੀ। ਘਬਰਾਹਟ ਦੇ ਕਾਰਨ ਉਸ ਦੇ ਦਿਲ ਦੀ ਧੜਕਨ ਤੇਜ਼ ਹੋ ਗਈ। ਉਸ ਦੀ ਸੱਸ ਉਸ ਦਾ ਹੱਥ ਫੜ ਕੇ ਉਸ ਨੂੰ ਆਪਣੇ ਕੋਲ ਬਿਠਾਉਂਦੇ ਹੋਏ ਬੋਲੀ ਕਿ ਤੂੰ ਇੰਨਾ ਘਬਰਾ ਕਿਉਂ ਰਹੀ ਆ? ਹੁਣ ਇਸ ਹਵੇਲੀ ਦੀ ਛੋਟੀ ਮਾਲਕਣ ਆ ਤੂੰ, ਸਭ ਕੁਝ ਤੇਰਾ ਹੀ ਆ, ਇੱਥੇ ਆ ਕੇ ਮੇਰੇ ਕੋਲ ਬੈਠ। ਇੰਨਾ ਕਹਿ ਕੇ ਸੱਸ ਨੇ ਉਸ ਦੇ ਗਲ 'ਚ ਇੱਕ ਬਹੁਤ ਹੀ ਸੋਹਣਾ ਹਾਰ ਪਾਉਂਦੇ ਹੋਏ ਕਿਹਾ, ਇਹ ਹਾਰ ਮੈਂ ਖਾਸ ਤੌਰ 'ਤੇ ਤੇਰੇ ਲਈ ਬਣਾਇਆ। ਸੁਨਿਆਰੇ ਨੇ ਇਸ ਨੂੰ ਬਣਾਉਣ ਵਿੱਚ ਥੋੜ੍ਹੀ ਦੇਰ ਕਰ ਦਿੱਤੀ, ਇਸ ਲਈ ਇਹ ਹਾਰ ਮੈਂ ਤੈਨੂੰ ਅੱਜ ਦੇ ਰਹੀ ਹਾਂ। ਕਾਜਲ ਦੇ ਗਲ 'ਚ ਉਹ ਹਾਰ ਬਹੁਤ ਚਮਕਣ ਲੱਗਿਆ, ਪਰ ਉਸ ਦਾ ਦਿਲ ਅਜੇ ਵੀ ਬਹੁਤ ਤੇਜ਼ ਧੜਕ ਰਿਹਾ ਸੀ। ਉਸ ਦੀ ਸੱਸ ਕੁਝ ਪਲਾਂ ਤੱਕ ਸ਼ਾਂਤ ਰਹੀ, ਮੰਨੋ ਅੱਗੇ ਦੀ ਗੱਲ ਦੇ ਲਈ ਸ਼ਬਦ ਲੱਭ ਰਹੀ ਹੋਵੇ। ਫਿਰ ਹੌਲੀ ਆਵਾਜ਼ ਵਿੱਚ ਬੋਲੀ ਕਿ ਦੇਖ ਬਹੂ, ਮੈਨੂੰ ਚੰਗੀ ਤਰ੍ਹਾਂ ਪਤਾ ਕਿ ਇੰਨੇ ਦਿਨਾਂ ਤੋਂ ਤੂੰ ਆਪਣੇ ਪਤੀ ਦੇ ਆਉਣ ਦਾ ਇੰਤਜ਼ਾਰ ਕਰ ਰਹੀ ਆ, ਪਰ ਗੱਲ ਦਰਅਸਲ ਇਹ ਆ ਕਿ ਤੇਰੇ ਪਤੀ 'ਚ ਥੋੜ੍ਹੀ ਕਮੀ ਆ, ਇਸ ਲਈ ਉਹ ਤੇਰੇ ਕਰੀਬ ਨਹੀਂ ਆਉਂਦਾ। ਇਹ ਸੁਣ ਕੇ ਕਾਜਲ ਹੈਰਾਨੀ ਨਾਲ ਆਪਣੀ ਸੱਸ ਵੱਲ ਦੇਖਣ ਲੱਗੀ ਤਾਂ ਉਸ ਦੀ ਸੱਸ ਨੇ ਉਸ ਦੀਆਂ ਅੱਖਾਂ ਵਿੱਚ ਅੱਖਾਂ ਮਿਲਾਉਂਦੇ ਹੋਏ ਕਿਹਾ, ਪਰ ਤੈਨੂੰ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ। ਮੈਂ ਤੇਰੇ ਨਾਲ ਕੋਈ ਵੀ ਪਾਪ ਨਹੀਂ ਕਰਨ ਦੇਵਾਂਗੀ। ਤੈਨੂੰ ਹਰ ਸੁੱਖ ਮਿਲੇਗਾ ਤੇ ਤੈਨੂੰ ਇਸ ਖਾਨਦਾਨ ਨੂੰ ਵਾਰਸ ਵੀ ਦੇਣਾ ਪਵੇਗਾ। ਤੇਰੀ ਜਠਾਣੀ ਘੱਟ ਉਮਰ ਵਿੱਚ ਹੀ ਇਸ ਦੁਨੀਆ 'ਚੋਂ ਚਲੀ ਗਈ। ਕਲਪਨਾ ਤਾਂ ਹੈ ਹੀ ਇਸ ਘਰ ਦੀ ਧੀ, ਪਰ ਹੁਣ ਧੀਆਂ ਦੇ ਸਹਾਰੇ ਤਾਂ ਬੰਸ਼ ਨਹੀਂ ਚੱਲਦਾ। ਤੇਰੇ ਜੇਠ ਜੀ ਦੂਜਾ ਵਿਆਹ ਕਰਨ ਨੂੰ ਤਿਆਰ ਨਹੀਂ, ਇਸ ਲਈ ਮੈਂ ਆਪਣੇ ਛੋਟੇ ਮੁੰਡੇ ਦਾ ਵਿਆਹ ਕਰਵਾ ਦਿੱਤਾ। ਹੁਣ ਲੋਕਾਂ ਨੂੰ ਪਤਾ ਵੀ ਨਹੀਂ ਲੱਗਣਾ ਚਾਹੀਦਾ ਕਿ ਉਹ ਨਾ ਮਰਦਾ, ਤਾਂ ਘਰ ਦੀ ਇੱਜ਼ਤ ਢਕੀ ਰਹੇ। ਇਸ ਲਈ ਕਦੇ-ਕਦੇ ਕੁਝ ਸਖਤ ਕਦਮ ਉਠਾਉਣੇ ਪੈਂਦੇ ਆ। ਕਾਜਲ ਨੇ ਸਾਹ ਰੋਕ ਕੇ ਬਹੁਤ ਮੁਸ਼ਕਲ ਨਾਲ ਇਹ ਗੱਲਾਂ ਸੁਣੀਆਂ। ਉਸ ਦੀਆਂ ਅੱਖਾਂ 'ਚ ਹੰਝੂ ਉਤਰ ਆਏ, ਪਰ ਆਪਣੀ ਸੱਸ ਦੇ ਡਰ ਦੇ ਕਾਰਨ ਉਹ ਹੰਝੂ ਜਿੱਦਾਂ ਉਸ ਦੀਆਂ ਅੱਖਾਂ ਵਿੱਚ ਵਾਪਸ ਜਾ ਚੁੱਕੇ ਸੀ। ਉਸ ਦੀ ਸੱਸ ਅੱਗੇ ਬੋਲੀ, ਦੇਖ ਕਾਜਲ, ਔਰਤਾਂ ਨੂੰ ਵਿਛੇ ਹੋਏ ਬਿਸਤਰੇ ਦੀ ਤਰ੍ਹਾਂ ਹੋਣਾ ਚਾਹੀਦਾ। ਉਹਨਾਂ ਨੂੰ ਨਾ ਤਾਂ ਕੋਈ ਵਿਰੋਧ ਕਰਨਾ ਚਾਹੀਦਾ ਤੇ ਨਾ ਹੀ ਕਿਸੇ ਮਾਮਲੇ ਵਿੱਚ ਦਿਮਾਗ ਲਾਉਣਾ ਚਾਹੀਦਾ। ਮੈਂ ਤੈਨੂੰ ਜਿੰਨਾ ਕਹੂੰਗੀ ਤੂੰ ਚੁੱਪ ਕਰਕੇ ਮੇਰੀ ਗੱਲ ਮੰਨ ਲਵੀਂ ਤਾਂ ਚੰਗੀ ਰਵੇਂਗੀ। ਅੱਜ ਤਾਂ ਤੈਨੂੰ ਇਹ ਹਾਰ ਮਿਲਿਆ, ਅੱਗੇ ਵੀ ਤੈਨੂੰ ਜ਼ਿੰਦਗੀ 'ਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰਹੇਗੀ। ਅੱਜ ਰਾਤ ਨੂੰ ਤੇਰੇ ਕਮਰੇ ਵਿੱਚ ਜੋ ਵੀ ਆਵੇ ਤੂੰ ਬਿਲਕੁਲ ਵੀ ਵਿਰੋਧ ਨਾ ਕਰੀਂ। ਤੂੰ ਵੀ ਨਵੀਂ ਨੂੰਹ ਆ, ਤੇਰੇ ਵੀ ਕੁਝ ਅਰਮਾਨ ਹੋਣਗੇ, ਇਸ ਲਈ ਤੂੰ ਉਹਨਾਂ ਅਰਮਾਨਾਂ ਨੂੰ ਪੂਰਾ ਕਰ। ਸਹੀ ਗਲਤ ਤੋਂ ਪਰੇ ਬਸ ਮੇਰੀ ਗੱਲ ਮੰਨ ਕੇ ਤੂੰ ਆਪਣੀ ਜ਼ਿੰਦਗੀ 'ਚ ਅੱਗੇ ਵਧ। ਉਂਝ ਵੀ ਕਮਰੇ ਦੀ ਲਾਈਟ ਬੰਦ ਕਰਦੀ ਤਾਂ ਕਮਰੇ ਵਿੱਚ ਪਤੀ ਆ ਜਾਂ ਕੋਈ ਹੋਰ ਕਿੱਥੇ ਪਤਾ ਲੱਗਦਾ। ਜੇਕਰ ਤੂੰ ਮੇਰੇ ਖਿਲਾਫ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਅੰਜਾਮ ਭੁਗਤਣ ਲਈ ਤਿਆਰ ਰਹੀਂ। ਇਸ ਪ੍ਰਕਾਰ ਕਾਜਲ ਨੂੰ ਧਮਕੀ ਦੇ ਕੇ ਉਸ ਦੀ ਸੱਸ ਉੱਥੋਂ ਚਲੀ ਗਈ। ਸੱਸ ਦੇ ਕਮਰੇ ਵਿੱਚੋਂ ਬਾਹਰ ਜਾਂਦੇ ਹੀ
ਕਾਜਲ ਮੁੱਦੇ ਮੂੰਹ ਬੈੱਡ 'ਤੇ ਡਿੱਗ ਪਈ ਤੇ ਉੱਚੀ ਉੱਚੀ ਰੋਣ ਲੱਗੀ। ਉਸ ਨੂੰ ਆਪਣੀ ਭੂਆ ਦੀ ਬਹੁਤ ਯਾਦ ਆ ਰਹੀ ਸੀ। ਉਹ ਭੱਜ ਕੇ ਆਪਣੀ ਭੂਆ ਦੇ ਕੋਲ ਜਾਣਾ ਚਾਹੁੰਦੀ ਸੀ, ਪਰ ਇਸ ਹਵੇਲੀ ਵਿੱਚੋਂ ਨਿਕਲਣਾ ਇੰਨਾ ਸੌਖਾ ਨਹੀਂ ਸੀ। ਨਾ ਹੀ ਉਹ ਉਹਨਾਂ ਨਾਲ ਕੋਈ ਸੰਪਰਕ ਰੱਖ ਸਕਦੀ ਸੀ। ਉਸ ਦਾ ਮਨ ਬਹੁਤ ਦੁਖੀ ਹੋ ਰਿਹਾ ਸੀ। ਉਹ ਉਸ ਹਵੇਲੀ ਵਿੱਚ ਆਪਣੇ ਆਪ ਨੂੰ ਇੱਕ ਕੈਦੀ ਮਹਿਸੂਸ ਕਰਨ ਲੱਗੀ। ਬਚਪਨ ਵਿੱਚ ਹੀ ਉਸਦੇ ਮਾਤਾ ਪਿਤਾ ਹੜ੍ਹ ਵਿੱਚ ਬਹਿ ਗਏ ਸੀ। ਉਦੋਂ ਉਸਦੀ ਭੂਆ ਉਸ ਨੂੰ ਆਪਣੇ ਨਾਲ ਲੈ ਕੇ ਚਲੀ ਗਈ ਸੀ। ਭੂਆ ਤਾਂ ਉਸ ਨੂੰ ਬਹੁਤ ਪਿਆਰ ਕਰਦੀ ਸੀ, ਪਰ ਉਸਦੇ ਫੁੱਫੜ ਜੀ ਉਸ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੇ ਸੀ। ਉਹ ਰੋਜ਼ ਰਾਤ ਨੂੰ ਸ਼ਰਾਬ ਪੀ ਕੇ ਨਸ਼ੇ ਵਿੱਚ ਘਰ ਆਉਂਦੇ ਤੇ ਘਰ ਆਉਂਦੇ ਹੀ ਭੂਆ ਦੇ ਨਾਲ ਕੁੱਟਮਾਰ ਕਰਨ ਲੱਗਦੇ ਸੀ। ਮੇਰੀ ਭੂਆ ਲੋਕਾਂ ਦੇ ਕੱਪੜੇ ਸਿਲਾਈ ਕਰਕੇ ਕਿਸੇ ਤਰ੍ਹਾਂ ਘਰ ਚਲਾਉਂਦੀ ਸੀ, ਪਰ ਘਰ ਵਿੱਚ ਭੂਆ ਦੇ ਵੀ 2 ਬੱਚੇ ਸੀ। ਹੁਣ ਖਾਣ ਪੀਣ ਦਾ ਬਹੁਤ ਔਖਾ ਸੀ ਤਾਂ ਪੜ੍ਹਾਈ ਲਿਖਾਈ ਕਿੱਥੋਂ ਹੁੰਦੀ। ਕਾਜਲ ਵੀ ਪੜ੍ਹ ਨਹੀਂ ਸਕੀ। ਹੌਲੀ ਹੌਲੀ ਦਿਨ ਲੰਘ ਰਹੇ ਸੀ। ਕਾਜਲ ਜਦੋਂ ਨਦੀ ਕਿਨਾਰੇ ਪਾਣੀ ਲੈਣ ਜਾਂ ਕੱਪੜੇ ਧੋਣ ਜਾਂਦੀ ਤਾਂ ਪਿੰਡ ਦਾ ਇੱਕ ਮੁੰਡਾ ਵਿਕਾਸ ਉਸ ਦੇ ਪਿੱਛੇ ਪਿੱਛੇ ਆਉਂਦਾ। ਉਹ ਉਸ ਦੀ ਥੋੜ੍ਹੀ ਬਹੁਤ ਮਦਦ ਵੀ ਕਰ ਦਿੰਦਾ। ਹੌਲੀ ਹੌਲੀ ਦੋਵਾਂ 'ਚ ਦੋਸਤੀ ਇੱਕਦਮ ਪੱਕੀ ਵਾਲੀ ਦੋਸਤੀ ਬਣ ਗਈ। ਜਦੋਂ ਉਹ ਦੋਵੇਂ ਜਵਾਨੀ 'ਚ ਪਹੁੰਚੇ ਤਾਂ ਵਿਕਾਸ ਨੂੰ ਪੜ੍ਹਾਈ ਕਰਨ ਲਈ ਸ਼ਹਿਰ ਜਾਣਾ ਪਿਆ। ਤਾਂ ਵਿਕਾਸ ਨੇ ਜਾਂਦੇ ਸਮੇਂ ਉਸ ਨੂੰ ਕਿਹਾ ਸੀ ਕਿ ਮੈਂ ਤੈਨੂੰ ਪਸੰਦ ਕਰਦਾ ਹਾਂ ਤੇ ਜਦੋਂ ਸ਼ਹਿਰ 'ਚ ਕੁਝ ਬਣ ਕੇ ਵਾਪਸ ਆਵਾਂਗਾ ਤਾਂ ਤੇਰਾ ਹੱਥ ਫੜ ਕੇ ਤੈਨੂੰ ਆਪਣੀ ਪਤਨੀ ਬਣਾ ਕੇ ਆਪਣੀ ਜ਼ਿੰਦਗੀ 'ਚ ਸ਼ਾਮਲ ਕਰ ਲਵਾਂਗਾ। ਇਹ ਸੁਣ ਕੇ ਕਾਜਲ ਸ਼ਰਮਾ ਗਈ ਤੇ ਉਸ ਨੂੰ ਲੱਗਿਆ ਕਿ ਵਿਆਹ ਤੋਂ ਬਾਅਦ ਉਸ ਦੀ ਜ਼ਿੰਦਗੀ ਵਿੱਚ ਵੀ ਪਿਆਰ ਆਵੇਗਾ। ਪਰ ਇਸੇ ਦੌਰਾਨ ਉਸ ਦੇ ਫੁੱਫੜ ਜੀ ਨੇ ਉਸ ਦਾ ਰਿਸ਼ਤਾ ਪੱਕਾ ਕਰ ਦਿੱਤਾ। ਤਾਂ ਕਾਜਲ ਨੇ ਆਪਣੀ ਭੂਆ ਨੂੰ ਵਿਕਾਸ ਬਾਰੇ ਦੱਸਿਆ ਤਾਂ ਉਸ ਦੀ ਭੂਆ ਕਹਿਣ ਲੱਗੀ ਕਿ ਵਿਕਾਸ ਤਾਂ ਬਹੁਤ ਵਧੀਆ ਮੁੰਡਾ, ਪਰ ਅਜੇ ਤਾਂ ਉਹ ਪੜ੍ਹਾਈ ਕਰ ਰਿਹਾ। ਤੇਰੇ ਫੁੱਫੜ ਜੀ ਕਦੇ ਵੀ ਇਸ ਰਿਸ਼ਤੇ ਲਈ ਤਿਆਰ ਨਹੀਂ ਹੋਣਗੇ। ਤੇ ਇੱਦਾਂ ਹੀ ਹੋਇਆ। ਭੂਆ ਜੀ ਨੇ ਜਦੋਂ ਫੁੱਫੜ ਜੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਗੁੱਸੇ ਨਾਲ ਪਾਗਲ ਹੋ ਉੱਠੇ। ਕਹਿਣ ਲੱਗੇ ਕਿ ਜਿੱਥੇ ਮੈਂ ਰਿਸ਼ਤਾ ਪੱਕਾ ਕਰ ਦਿੱਤਾ ਉੱਥੇ ਹੀ ਉਸ ਦਾ ਵਿਆਹ ਹੋਵੇਗਾ। ਕਾਜਲ ਇੰਨੇ ਵੱਡੇ ਘਰ ਦੀ ਨੂੰਹ ਬਣਨ ਜਾ ਰਹੀ ਆ, ਉਸ ਦੀ ਕਿਸਮਤ ਬਦਲਣ ਵਾਲੀ ਆ, ਤੇ ਤੂੰ ਕਿੱਥੇ ਉਸ ਗਰੀਬ ਘਰ ਦੇ ਵਿਕਾਸ ਨਾਲ ਉਸ ਦਾ ਵਿਆਹ ਕਰਵਾਉਣਾ ਚਾਹੁੰਦੀ ਆ। ਫੁੱਫੜ ਜੀ ਦੇ ਅੱਗੇ ਭੂਆ ਵੀ ਕੁਝ ਜ਼ਿਆਦਾ ਬੋਲ ਨਾ ਸਕੀ। ਕਾਜਲ ਵੀ ਚੁੱਪ ਕਰਕੇ ਵਿਦਾ ਹੋ ਕੇ ਆਪਣੇ ਸਹੁਰੇ ਘਰ ਆ ਗਈ। ਪਰ ਅੱਜ ਸੱਸ ਦੀਆਂ ਗੱਲਾਂ ਸੁਣ ਕੇ ਉਸਦੇ ਹੋਸ਼ ਉੱਡ ਗਏ। ਜਿੱਦਾਂ ਜਿੱਦਾਂ ਰਾਤ ਹੋ ਰਹੀ ਸੀ ਉਸ ਦਾ ਦਿਲ ਡਰ ਦੇ ਕਾਰਨ ਬੇਕਾਬੂ ਹੋ ਰਿਹਾ ਸੀ। ਰਾਤ ਨੂੰ ਉਸਨੇ ਖਾਣਾ ਵੀ ਨਹੀਂ ਖਾਧਾ। ਉਸ ਨੂੰ ਇੰਨਾ ਡਰ ਲੱਗ ਰਿਹਾ ਸੀ ਕਿ ਉਸ ਦਾ ਮਨ ਕਰ ਰਿਹਾ ਸੀ ਹੁਣੇ ਹੀ ਧਰਤੀ ਫਟ ਜਾਵੇ ਤੇ ਉਹ ਉਸ ਵਿੱਚ ਸਮਾ ਜਾਵੇ। ਕਾਜਲ ਬਹੁਤ ਹੀ ਕੰਬਦੀ ਹੋਈ ਸੋਚ ਰਹੀ ਸੀ ਕਿ ਕਾਸ਼ ਅੱਜ ਦੀ ਰਾਤ ਕੋਈ ਕਮਰੇ ਵਿੱਚ ਨਾ ਆਵੇ, ਪਰ ਇੱਦਾਂ ਨਹੀਂ ਹੋਇਆ। ਅੱਧੀ ਰਾਤ ਨੂੰ ਅਚਾਨਕ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਤੇ ਸ਼ਰਾਬ ਦੀ ਤੇਜ਼ ਬਦਬੂ ਦੇ ਨਾਲ ਇੱਕ ਵਿਅਕਤੀ ਕਮਰੇ ਦੇ ਅੰਦਰ ਆਇਆ। ਕਮਰੇ ਵਿੱਚ ਹਨੇਰਾ ਸੀ, ਇਸ ਲਈ ਕਾਜਲ ਦੇਖ ਨਾ ਸਕੀ ਕਿ ਕਮਰੇ 'ਚ ਕੌਣ ਆਇਆ। ਉਹ ਡਰ ਕੇ ਆਪਣੇ ਆਪ ਵਿੱਚ ਹੀ ਲੁਕ ਰਹੀ ਸੀ। ਹੌਲੀ ਹੌਲੀ ਉਹ ਪਰਛਾਵਾਂ ਉਸ ਵੱਲ ਵੱਧਦਾ ਜਾ ਰਿਹਾ ਸੀ। ਕਾਜਲ ਨੂੰ ਅੱਜ ਵਿਕਾਸ ਦੀ ਬਹੁਤ ਯਾਦ ਆ ਰਹੀ ਸੀ। ਉਹ ਸੋਚਣ ਲੱਗੀ ਕਿ ਕਾਸ਼ ਵਿਕਾਸ ਉਸ ਦੇ ਕੋਲ ਹੁੰਦਾ ਤਾਂ ਉਹ ਉਸ ਨੂੰ ਜ਼ਰੂਰ ਬਚਾ ਲੈਂਦਾ। ਅੱਜ ਉਸ ਨੂੰ ਆਪਣੀ ਕਿਸਮਤ 'ਤੇ ਬਹੁਤ ਰੋਣਾ ਆ ਰਿਹਾ ਸੀ ਕਿ ਉਹ ਕਿੱਥੇ ਫਸ ਗਈ। ਉਹ ਚੀਖ ਚੀਖ ਕੇ ਆਪਣੀ ਮਦਦ ਦੇ ਲਈ ਕਿਸੇ ਨੂੰ ਬੁਲਾਉਣਾ ਚਾਹੁੰਦੀ ਸੀ, ਪਰ ਉਸ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਇੱਥੇ ਉਸ ਦੀ ਮਦਦ ਕਰਨ ਵਾਲਾ ਕੋਈ ਨਹੀਂ। ਹੌਲੀ ਹੌਲੀ ਉਹ ਵਿਅਕਤੀ ਆ ਕੇ ਉਸ ਦੇ ਬਿਸਤਰੇ 'ਤੇ ਬੈਠ ਗਿਆ। ਕਾਜਲ ਨੂੰ ਬਹੁਤ ਡਰ ਲੱਗ ਰਿਹਾ ਸੀ। ਉਸ ਨੇ ਕਮਰੇ ਦੀ ਲਾਈਟ ਜਲਾ ਦਿੱਤੀ। ਲਾਈਟ ਜਗਦੇ ਹੀ ਉਸ ਵਿਅਕਤੀ ਦਾ ਚਿਹਰਾ ਦੇਖਦੇ ਹੀ ਜਿੱਦਾਂ ਕਈ ਬਿੱਛੂਆਂ ਨੇ ਉਸ ਦੇ ਡੰਗ ਮਾਰ ਦਿੱਤਾ ਹੋਵੇ, ਕਿਉਂਕਿ ਉਹ ਵਿਅਕਤੀ ਕੋਈ ਹੋਰ ਨਹੀਂ ਸਗੋਂ ਉਸ ਦੇ ਜੇਠ ਜੀ ਸੀ। ਉਹ ਇੱਕ ਤਰ੍ਹਾਂ ਸੁੰਨ ਰਹਿ ਗਈ ਤੇ ਸੋਚਣ ਲੱਗੀ ਕਿ ਹੁਣ ਮੇਰੇ ਨਾਲ ਕੀ ਹੋਵੇਗਾ। ਉਸ ਦੇ ਜੇਠ ਜੀ ਸ਼ਰਾਬ ਦੇ ਨਸ਼ੇ ਵਿੱਚ ਉਸ ਨੂੰ ਫੜਨ ਦੇ ਲਈ ਅੱਗੇ ਵਧੇ ਤਾਂ ਕਾਜਲ ਉੱਠ ਕੇ ਖੜੀ ਹੋ ਗਈ। ਫਿਰ ਉਸ ਦੇ ਜੇਠ ਜੀ ਹੱਸਦੇ ਹੋਏ ਬੋਲੇ, ਮੇਰੇ ਤੋਂ ਕੀ ਸ਼ਰਮਾ ਰਹੀ ਆ, ਇੱਥੇ ਆ, ਮੇਰੇ ਕੋਲ ਬੈਠ। ਕਾਜਲ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ। ਉਸ ਦੇ ਹੱਥ ਪੈਰ ਕੰਬਣ ਲੱਗੇ। ਉਹ ਚਾਹੁੰਦੀ ਤਾਂ ਕਮਰੇ ਵਿੱਚੋਂ ਨਿਕਲ ਕੇ ਭੱਜ ਸਕਦੀ ਸੀ, ਪਰ ਉਸ ਨੂੰ ਪਤਾ ਸੀ ਕਿ ਕਮਰੇ ਵਿੱਚੋਂ ਬਾਹਰ ਭੱਜ ਕੇ ਉਹ ਜਾਵੇਗੀ ਕਿੱਥੇ। ਉੱਪਰੋਂ ਉਸ ਦੀ ਸੱਸ ਨੇ ਉਸ ਨੂੰ ਅਜਿਹੀ ਧਮਕੀ ਦੇ ਦਿੱਤੀ ਸੀ ਕਿ ਉਸ ਦੇ ਹੱਥ ਪੈਰ ਕੰਮ ਕਰਨਾ ਬੰਦ ਕਰ ਚੁੱਕੇ ਸੀ। ਉਸ ਦੇ ਜੇਠ ਜੀ ਅੱਗੇ ਵਧੇ ਤੇ ਉਹਨਾਂ ਨੇ ਕਾਜਲ ਦਾ ਹੱਥ ਫੜ ਕੇ ਉਸ ਨੂੰ ਬਿਸਤਰੇ 'ਤੇ ਬਿਠਾ ਦਿੱਤਾ।
ਉਦੋਂ ਹੀ ਕਾਜਲ ਵਿੱਚ ਨਾ ਜਾਣੇ ਇੰਨੀ ਹਿੰਮਤ ਕਿੱਥੋਂ ਆਈ ਕਿ ਉਸਦੇ ਦਿਮਾਗ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸਨੇ ਬੜੇ ਪਿਆਰ ਨਾਲ ਕਿਹਾ ਕਿ ਮੈਂ ਬਹੁਤ ਸਮੇਂ ਤੋਂ ਤੁਹਾਡਾ ਇੰਤਜ਼ਾਰ ਕਰ ਰਹੀ ਸੀ, ਤੁਸੀਂ ਆਉਣ 'ਚ ਇੰਨੀ ਦੇਰ ਕਿਉਂ ਲਗਾ ਦਿੱਤੀ। ਇਹ ਗੱਲ ਸੁਣ ਕੇ ਉਸਦੇ ਜੇਠ ਜੀ ਖੁਸ਼ੀ ਦੇ ਕਾਰਨ ਹਵਾ 'ਚ ਉੱਡਣ ਲੱਗੇ ਤੇ ਹੱਸਦੇ ਹੋਏ ਬੋਲੇ ਕਿ ਮੈਂ ਤਾਂ ਸੋਚਿਆ ਸੀ ਕਿ ਤੂੰ ਮੇਰਾ ਵਿਰੋਧ ਕਰੇਂਗੀ, ਪਰ ਤੂੰ ਤਾਂ ਬਹੁਤ ਹੀ ਸਮਝਦਾਰ ਨਿਕਲੀ। ਕਾਜਲ ਮੁਸਕਰਾਈ। ਅੰਦਰ ਹੀ ਅੰਦਰ ਉਹ ਬਹੁਤ ਕੰਬ ਰਹੀ ਸੀ, ਪਰ ਬਾਹਰੋਂ ਦਿਖਾਵਾ ਕਰਦੇ ਹੋਏ ਹੱਸ ਰਹੀ ਸੀ। ਕਾਜਲ ਜੇਠ ਦੀ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਹੋਏ ਉਹਨਾਂ ਦੇ ਕਰੀਬ ਆਉਣ ਲੱਗੀ। ਉਸਦੇ ਜੇਠ ਜੀ ਦੇ ਅਰਮਾਨ ਵੀ 7ਵੇਂ ਅਸਮਾਨ 'ਤੇ ਸੀ। ਕਾਜਲ ਨੇ ਆਪਣੇ ਸਰੀਰ ਨੂੰ ਢਿੱਲਾ ਛੱਡ ਦਿੱਤਾ। ਉਹ ਲਹਿਰਾਉਂਦੇ ਹੋਏ ਅੱਗੇ ਵਧੀ। ਜੇਠ ਜੀ ਨੇ ਜਿੱਦਾਂ ਹੀ ਉਸ ਨੂੰ ਛੂਹਣ ਦੀ ਕੋਸ਼ਿਸ਼ ਕੀਤੀ, ਉਹ ਹੱਸਦੇ ਹੋਏ ਉਹਨਾਂ ਤੋਂ ਦੂਰ ਭੱਜ ਗਈ ਤੇ ਬਹੁਤ ਹੀ ਪਿਆਰੀ ਅਦਾ ਨਾਲ ਮੁਸਕਰਾਉਂਦੇ ਹੋਏ ਬੋਲੀ ਕਿ ਅਜੇ ਤਾਂ ਪੂਰੀ ਰਾਤ ਬਾਕੀ ਆ, ਇੰਨੀ ਕੀ ਜਲਦੀ ਆ। ਇੰਨਾ ਕਹਿ ਕੇ ਉਹ ਕੱਚ ਦੀ ਅਲਮਾਰੀ ਦੇ ਕੋਲ ਗਈ। ਉਸਨੇ ਸ਼ਰਾਬ ਦੀ ਬੋਤਲ ਕੱਢੀ ਤੇ ਆਪਣੇ ਜੇਠ ਜੀ ਦੇ ਲਈ ਇੱਕ ਗਲਾਸ 'ਚ ਪੈਗ ਬਣਾ ਕੇ ਲਿਆਈ। ਜੇਠ ਜੀ ਉਂਝ ਵੀ ਪੀਣ ਦੇ ਬਹੁਤ ਸ਼ੌਕੀਨ ਸੀ। ਉਹਨਾਂ ਨੇ ਗਲਾਸ ਨੂੰ ਆਪਣੇ ਬੁੱਲ੍ਹਾਂ ਨਾਲ ਲਾ ਲਿਆ ਤੇ ਇੱਕ ਹੀ ਘੁੱਟ 'ਚ ਸਾਰਾ ਗਲਾਸ ਖਾਲੀ ਕਰ ਦਿੱਤਾ। ਨਸ਼ਾ ਉਹਨਾਂ ਦੀਆਂ ਅੱਖਾਂ 'ਚ ਚੜ੍ਹਨ ਲੱਗਿਆ। ਕਾਜਲ ਹੱਸਦੀ ਹੋਈ ਉਹਨਾਂ ਨੂੰ ਸ਼ਰਾਬ ਪਿਆਉਂਦੀ ਜਾ ਰਹੀ ਸੀ। ਥੋੜ੍ਹੀ ਦੇਰ 'ਚ ਉਸਦੇ ਜੇਠ ਜੀ ਬਿਸਤਰੇ 'ਤੇ ਮੂਧੇ ਮੂੰਹ ਡਿੱਗ ਪਏ। ਫਿਰ ਜਾ ਕੇ ਕਾਜਲ ਨੇ ਸੁੱਖ ਦਾ ਸਾਹ ਲਿਆ। ਉਸਦਾ ਮਨ ਖੁਸ਼ ਹੋ ਗਿਆ। ਉਹ ਕਿਸੇ ਵੀ ਤਰ੍ਹਾਂ ਇੱਥੋਂ ਭੱਜ ਜਾਣਾ ਚਾਹੁੰਦੀ ਸੀ, ਪਰ ਕੁਝ ਕਰ ਨਹੀਂ ਸਕਦੀ ਸੀ। ਉਸ ਦੀਆਂ ਅੱਖਾਂ 'ਚ ਹੰਝੂ ਵਹਿਣ ਲੱਗੇ। ਉਹ ਇੱਕ ਕੋਨੇ 'ਚ ਬੈਠ ਗਈ। ਉਸ ਨੂੰ ਇੰਨੀ ਵੱਡੀ ਹਵੇਲੀ ਸੋਨੇ ਦੇ ਪਿੰਜਰੇ ਦੇ ਸਮਾਨ ਲੱਗ ਰਹੀ ਸੀ। ਸਵੇਰੇ ਸਵੇਰੇ ਕਮਰੇ ਦੇ ਗੇਟ 'ਤੇ ਦਸਤਕ ਹੋਈ। ਕਾਜਲ ਨੇ ਜਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਹਵੇਲੀ ਦੇ ਪੁਰਾਣੇ ਨੌਕਰ ਰਘੂ ਚਾਚਾ ਝਾੜੂ ਲੈ ਕੇ ਖੜ੍ਹੇ ਸੀ। ਜਿੱਦਾਂ ਹੀ ਉਹ ਕਮਰੇ 'ਚ ਆਏ, ਬਿਸਤਰੇ 'ਤੇ ਵੱਡੇ ਸਾਹਿਬ ਨੂੰ ਦੇਖ ਕੇ ਉਹ 2 ਕਦਮ ਪਿੱਛੇ ਹਟੇ। ਫਿਰ ਉਹਨਾਂ ਨੇ ਕਾਜਲ ਵੱਲ ਹੈਰਾਨੀ ਭਰੀਆਂ ਨਜ਼ਰਾਂ ਨਾਲ ਦੇਖਿਆ ਤਾਂ ਉਸ ਦੀਆਂ ਅੱਖਾਂ 'ਚ ਹੰਝੂ ਸੀ। ਅੱਜ ਪਹਿਲੀ ਵਾਰ ਉਹਨਾਂ ਦੇ ਮੂੰਹ ਵਿੱਚੋਂ ਇਹ ਸ਼ਬਦ ਨਿਕਲੇ ਕਿ ਨੂੰਹ ਰਾਣੀ, ਇਹ ਇੱਥੇ ਕੀ ਕਰ ਰਹੇ ਹਨ। ਤਾਂ ਕਾਜਲ ਉੱਚੀ ਉੱਚੀ ਰੋ ਪਈ ਤੇ ਕਹਿਣ ਲੱਗੀ, ਚਾਚਾ ਜੀ ਮੈਂ ਕੀ ਕਰਾਂ, ਮੈਨੂੰ ਕੁਝ ਸਮਝ ਨਹੀਂ ਆਉਂਦਾ। ਮਾਂ ਜੀ ਮੈਨੂੰ ਇਹ ਸਭ ਕਰਨ ਦੇ ਲਈ ਮਜਬੂਰ ਕਰ ਰਹੀ ਆ। ਕੱਲ੍ਹ ਰਾਤ ਤਾਂ ਮੈਂ ਕਿਸੇ ਤਰ੍ਹਾਂ ਬਚ ਗਈ, ਪਰ ਮੈਂ ਕਦੋਂ ਤੱਕ ਬਚੀ ਰਹਿ ਸਕਦੀ ਹਾਂ। ਇੰਨਾ ਕਹਿ ਕੇ ਉਹ ਰੋਣ ਲੱਗੀ। ਚਾਚਾ ਜੀ ਦੀਆਂ ਅੱਖਾਂ 'ਚ ਵੀ ਹੰਝੂ ਆ ਗਏ। ਉਹ ਕਹਿਣ ਲੱਗੇ ਕਿ ਮੈਂ ਛੋਟਾ ਵਿਅਕਤੀ ਹਾਂ, ਜੇਕਰ ਮੈਂ ਕੋਈ ਵਿਰੋਧ ਕੀਤਾ ਤਾਂ ਇਹ ਮੈਨੂੰ ਰਾਤੋਂ ਰਾਤ ਗਾਇਬ ਕਰਵਾ ਦੇਣਗੇ ਤੇ ਕਿਸੇ ਨੂੰ ਕੁਝ ਪਤਾ ਵੀ ਨਹੀਂ ਲੱਗੇਗਾ। ਮੈਂ ਨਹੀਂ ਜਾਣਦਾ ਸੀ ਕਿ ਹਵੇਲੀ ਦੀ ਮਾਲਕਣ ਇੰਨੀ ਘਟੀਆ ਦੀ ਸੋਚ ਵਾਲੀ ਆ। ਪਰ ਧੀਏ ਤੂੰ ਚਿੰਤਾ ਨਾ ਕਰ, ਮੈਂ ਤੇਰੀ ਮਦਦ ਕਰਾਂਗਾ। ਤੂੰ ਦੱਸ ਮੈਂ ਤੇਰੇ ਲਈ ਕੀ ਕਰ ਸਕਦਾ। ਭਾਵੇਂ ਮੇਰੀ ਜਾਨ ਹੀ ਕਿਉਂ ਨਾ ਚਲੀ ਜਾਵੇ, ਪਰ ਮੈਂ ਤੇਰੀ ਮਦਦ ਜ਼ਰੂਰ ਕਰਾਂਗਾ। ਉਹ ਕੁਝ ਬੋਲਦੀ ਇਸ ਤੋਂ ਪਹਿਲਾਂ ਹੀ ਬਾਹਰ ਵਿਹੜੇ 'ਚ ਗੱਡੀ ਦੇ ਰੁਕਣ ਦੀ ਆਵਾਜ਼ ਆਈ ਤੇ ਕੁਝ ਲੋਕਾਂ ਦਾ ਸ਼ੋਰ ਸੁਣਾਈ ਦੇਣ ਲੱਗਿਆ। ਰਘੂ ਚਾਚਾ ਤੇ ਕਾਜਲ ਦੋਵੇਂ ਹੀ ਉੱਪਰੋਂ ਦੇਖਣ ਲੱਗੇ ਤਾਂ ਥੱਲੇ ਵਿਹੜੇ 'ਚ ਇੱਕ ਗੱਡੀ ਖੜੀ ਸੀ, ਜਿਸ 'ਚ ਕੁਝ ਮੁੰਡੇ ਤੇ ਕੁੜੀਆਂ ਦਾ ਗਰੁੱਪ ਉਤਰ ਰਿਹਾ ਸੀ। ਰਘੂ ਚਾਚਾ ਬੋਲ ਪਏ ਕਿ ਕਲਪਨਾ ਬੇਟੀ ਦੇ ਕੁਝ ਸ਼ਹਿਰੀ ਦੋਸਤ ਇੱਥੇ ਘੁੰਮਣ ਲਈ ਆਉਣ ਵਾਲੇ ਸੀ। ਲੱਗਦਾ ਉਹ ਆ ਕੇ ਮੈਂ ਥੱਲੇ ਜਾਣਾ ਹਾਂ, ਨਹੀਂ ਤਾਂ ਮਾਲਕਣ ਗੁੱਸੇ ਹੋਵੇਗੀ। ਇੰਨਾ ਕਹਿ ਕੇ ਉਹ ਹੜਬੜਾ ਕੇ ਥੱਲੇ ਨੂੰ ਆ ਗਏ ਤੇ ਕਾਜਲ ਬੁਝੇ ਹੋਏ ਮਨ ਨਾਲ ਆਪਣੇ ਕਮਰੇ 'ਚ ਚਲੀ ਗਈ ਤੇ ਵਾਸ਼ਰੂਮ ਵਿੱਚ ਨਹਾਉਣ ਦੇ ਲਈ ਚਲੀ ਗਈ। ਜੇਠ ਜੀ ਦੀ ਨੀਂਦ ਟੁੱਟੀ ਤਾਂ ਉਹ ਹੜਬੜਾ ਕੇ ਕਮਰੇ 'ਚੋਂ ਬਾਹਰ ਨੂੰ ਨਿਕਲਣ ਲੱਗੇ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਅੱਜ ਉਹਨਾਂ ਦੀ ਬੇਟੀ ਕਲਪਨਾ ਦੇ ਕੁਝ ਦੋਸਤ ਹਵੇਲੀ ਘੁੰਮਣ ਦੇ ਲਈ ਆਉਣ ਵਾਲੇ ਹਨ। ਜੇਕਰ ਉਹ ਉਸਦੇ ਜੇਠ ਜੀ ਨੂੰ ਕਮਰੇ ਵਿੱਚ ਦੇਖ ਲੈਂਦੇ ਤਾਂ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ। ਇਸ ਲਈ ਉਹ ਕਮਰੇ ਵਿੱਚੋਂ ਚਲੇ ਗਏ। ਕਾਜਲ ਨਹਾ ਕੇ ਆਈ ਤਾਂ ਬੈੱਡ 'ਤੇ ਜੇਠ ਜੀ ਨਹੀਂ ਸੀ। ਇਹ ਦੇਖ ਕੇ ਉਸ ਨੂੰ ਸੁੱਖ ਦਾ ਸਾਹ ਲਿਆ। ਥੋੜ੍ਹੀ ਦੇਰ ਬਾਅਦ ਕਲਪਨਾ ਦੇ ਸਾਰੇ ਦੋਸਤ ਥੱਲੇ ਬੈਠ ਕੇ ਨਾਸ਼ਤਾ ਕਰ ਰਹੇ ਸੀ। ਉਹਨਾਂ ਦੇ ਹਾਸਿਆਂ ਦੀ ਆਵਾਜ਼ ਨਾਲ ਹਮੇਸ਼ਾ ਸ਼ਾਂਤ ਰਹਿਣ ਵਾਲੀ ਹਵੇਲੀ ਅੱਜ ਗੂੰਜ ਰਹੀ ਸੀ। ਨਾਸ਼ਤਾ ਕਰਨ ਤੋਂ ਬਾਅਦ ਉਹ ਕਲਪਨਾ ਦੇ ਨਾਲ ਘੁੰਮ ਘੁੰਮ ਕੇ ਹਵੇਲੀ ਦੇਖਣ ਲੱਗੇ। ਉਹ ਜਦੋਂ ਉੱਪਰ ਵੱਲ ਜਾਣ ਵਾਲੀਆਂ ਪੌੜੀਆਂ ਚੜ੍ਹ ਕੇ ਜਦੋਂ ਉੱਪਰ ਨੂੰ ਜਾ ਰਹੇ ਸੀ ਤਾਂ ਅਚਾਨਕ ਕਾਜਲ ਦੀ ਨਜ਼ਰ ਕਲਪਨਾ ਦੇ ਇੱਕ ਦੋਸਤ 'ਤੇ ਪਈ ਤੇ ਉਸ ਦਾ ਸਰੀਰ ਸੁੰਨ ਹੋ ਗਿਆ, ਕਿਉਂਕਿ ਉਸ ਗਰੁੱਪ 'ਚ ਇੱਕ ਮੁੰਡਾ ਵਿਕਾਸ ਵੀ ਸੀ। ਵਿਕਾਸ ਦੀ ਨਿਗਾਹ ਵੀ ਕਾਜਲ 'ਤੇ ਪੈ ਚੁੱਕੀ ਸੀ। ਉਹ ਵੀ ਹੈਰਾਨੀ ਨਾਲ ਖੜਾ ਉਸ ਨੂੰ ਦੇਖ ਰਿਹਾ ਸੀ। ਕਾਜਲ ਦੀਆਂ ਅੱਖਾਂ 'ਚ ਹੰਝੂ ਆ ਗਏ ਤੇ ਵਿਕਾਸ ਦੀਆਂ ਅੱਖਾਂ ਵੀ ਹੰਝੂਆਂ ਨਾਲ ਭਰ ਗਈਆਂ। ਉਹ ਸੋਚਣ ਲੱਗਿਆ ਕਿ ਕਾਜਲ ਦਾ ਵਿਆਹ ਇੱਥੇ ਹੋਇਆ ਠੀਕ ਹੀ ਆ। ਇੰਨੇ ਵੱਡੇ ਘਰ ਨੂੰ ਛੱਡ ਕੇ ਉਹ ਮੇਰੇ ਵਰਗੇ ਗਰੀਬ ਨਾਲ ਵਿਆਹ ਕਿੱਥੇ ਕਰਦੀ। ਇੰਨਾ ਸੋਚਦੇ ਹੋਏ ਉਹ ਉੱਥੋਂ ਆਪਣੇ ਦੋਸਤਾਂ ਦੇ ਨਾਲ ਨਿਕਲ ਗਿਆ।
ਕਾਜਲ ਦਾ ਦਿਲ ਟੁੱਟ ਕੇ ਚਕਨਾਚੂਰ ਹੋ ਗਿਆ। ਉਸ ਇੱਕ ਪਲ ਵਿੱਚ ਹੀ ਉਹ ਸਮਝ ਗਈ ਕਿ ਵਿਕਾਸ ਉਸ ਨੂੰ ਇਸ ਹਵੇਲੀ ਵਿੱਚ ਦੇਖ ਕੇ ਉਸ ਦੇ ਬਾਰੇ ਕੀ ਸੋਚ ਰਿਹਾ ਹੋਵੇਗਾ ਤੇ ਉਸ ਦੇ ਦਿਲ 'ਚ ਕਿੰਨਾ ਦਰਦ ਹੋ ਰਿਹਾ ਹੋਵੇਗਾ। ਇਸ ਤਰ੍ਹਾਂ ਉਹ ਤੜਫਣ ਲੱਗੀ ਕਿ ਕਿਸ ਤਰ੍ਹਾਂ ਉਹ ਵਿਕਾਸ ਨੂੰ ਦੱਸੇ ਕਿ ਉਹ ਇੱਥੇ ਕਿਸ ਹਾਲ ਵਿੱਚ ਜੀ ਰਹੀ ਆ। ਉਦੋਂ ਹੀ ਰਘੂ ਚਾਚਾ ਉਸ ਦੇ ਲਈ ਖਾਣਾ ਲੈ ਕੇ ਆਏ। ਰਘੂ ਚਾਚਾ ਨੂੰ ਦੇਖਦੇ ਹੀ ਉਸ ਨੂੰ ਇੱਕ ਉਮੀਦ ਦੀ ਕਿਰਨ ਦਿਖਾਈ ਦਿੱਤੀ। ਉਹ ਕਹਿਣ ਲੱਗੀ, ਚਾਚਾ ਜੀ, ਮੈਂ ਪੜ੍ਹੀ ਲਿਖੀ ਤਾਂ ਨਹੀਂ ਹਾਂ, ਜੋ ਮੈਂ ਤਾਂ ਆਪਣੇ ਦਿਲ ਦਾ ਹਾਲ ਇੱਕ ਚਿੱਠੀ 'ਚ ਲਿਖ ਕੇ ਵਿਕਾਸ ਨੂੰ ਦੱਸ ਦਿੰਦੀ। ਹੁਣ ਤੁਸੀਂ ਮੇਰੀ ਮਦਦ ਕਰ ਸਕਦੇ ਹੋ। ਰਘੂ ਚਾਚਾ ਹੈਰਾਨ ਰਹਿ ਗਏ ਤੇ ਕਹਿਣ ਲੱਗੇ, ਨੋ ਰਾਣੀ, ਇਹ ਵਿਕਾਸ ਕੌਣ ਆ? ਕਾਜਲ 2 ਪਲ ਦੇ ਲਈ ਚੁੱਪ ਹੋ ਗਈ। ਉਹ ਸੋਚਣ ਲੱਗੀ ਕਿ ਰਘੂ ਚਾਚਾ ਕੀ ਵਿਕਾਸ ਕੌਣ ਹੈ? ਉਸਨੇ ਆਪਣੀਆਂ ਅੱਖਾਂ ਨੀਵੀਆਂ ਕਰ ਲਈਆਂ ਕਿ ਫਿਰ ਹੌਲੀ ਆਵਾਜ਼ ਵਿੱਚ ਬੋਲੀ, ਕਲਪਨਾ ਦੇ ਜੋ ਦੋਸਤ ਆਏ ਆ ਉਹਨਾਂ ਵਿੱਚੋਂ ਇੱਕ ਮੇਰੇ ਬਚਪਨ ਦਾ ਦੋਸਤ ਵਿਕਾਸ ਆ। ਉਸਨੇ ਨੀਲੇ ਰੰਗ ਦੀ ਸ਼ਰਟ ਪਾਈ ਹੋਈ ਆ ਤੇ ਉਸ ਦੀਆਂ ਅੱਖਾਂ 'ਤੇ ਨੰਬਰਾਂ ਵਾਲਾ ਚਸ਼ਮਾ ਲੱਗਿਆ ਹੋਇਆ। ਉਹ ਮੇਰੇ ਹੀ ਪਿੰਡ 'ਚ ਰਹਿੰਦਾ। ਬਾਅਦ 'ਚ ਉਹ ਪੜ੍ਹਾਈ ਕਰਨ ਸ਼ਹਿਰ ਚਲਿਆ ਗਿਆ। ਉਸ ਤੋਂ ਬਾਅਦ ਅਸੀਂ ਵਿਛੜ ਗਏ। ਉਹ ਮੈਨੂੰ ਬਹੁਤ ਪਸੰਦ ਕਰਦਾ ਸੀ, ਮੈਂ ਵੀ ਉਸ ਨੂੰ ਪਸੰਦ ਕਰਦੀ ਸੀ, ਪਰ ਮੇਰੇ ਫੁੱਫੜ ਜੀ ਨੇ ਜ਼ਬਰਦਸਤੀ ਮੇਰਾ ਵਿਆਹ ਇੱਥੇ ਕਰਵਾ ਦਿੱਤਾ ਤੇ ਵਿਆਹ ਤੋਂ ਬਾਅਦ ਕਿਸ ਤਰ੍ਹਾਂ ਮੈਂ ਨਰਕ ਦੀ ਅੱਗ 'ਚ ਮੱਚ ਰਹੀ ਹਾਂ ਇਹ ਤਾਂ ਤੁਹਾਨੂੰ ਪਤਾ ਹੀ ਆ। ਤੁਸੀਂ ਵਿਕਾਸ ਨੂੰ ਮੇਰੇ ਦਿਲ ਦਾ ਦਰਦ ਦੱਸੋ, ਹੋ ਸਕਦਾ ਉਹ ਮੇਰੀ ਕੋਈ ਮਦਦ ਕਰ ਸਕੇ। ਰਘੂ ਚਾਚਾ ਦੇ ਮੱਥੇ 'ਤੇ ਪਸੀਨਾ ਆ ਗਿਆ। ਉਹ ਕਹਿਣ ਲੱਗੇ ਕਿ ਜੇਕਰ ਹਵੇਲੀ 'ਚ ਕਿਸੇ ਨੂੰ ਵੀ ਪਤਾ ਲੱਗ ਗਿਆ ਤਾਂ ਸਾਡੀ ਦੋਹਾਂ ਦੀ ਜਾਨ ਜਾ ਸਕਦੀ ਆ ਤੇ ਉਹ ਵਿਕਾਸ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਆ, ਪਰ ਫਿਰ ਵੀ ਮੈਂ ਤੇਰੇ ਲਈ ਕੋਸ਼ਿਸ਼ ਜ਼ਰੂਰ ਕਰਾਂਗਾ। ਫਿਰ ਉਹ ਕਹਿਣ ਲੱਗੇ ਕਿ ਤੁਸੀਂ ਨਾਸ਼ਤਾ ਕਰੋ, ਮੈਂ ਦੇਖਦਾ ਹਾਂ ਮੈਂ ਕੀ ਕਰ ਸਕਦਾ। ਇੰਨਾ ਕਹਿ ਕੇ ਉਹ ਆਪਣੇ ਮੋਢੇ 'ਤੇ ਪਰਨਾ ਰੱਖ ਕੇ ਉੱਥੋਂ ਚਲੇ ਗਏ। ਕਾਜਲ ਬਹੁਤ ਬੇਚੈਨ ਹੋ ਗਈ। ਉਹ ਰੱਬ ਨੂੰ ਕਹਿਣ ਲੱਗੀ ਕਿ ਰਘੂ ਚਾਚਾ ਨੂੰ ਵਿਕਾਸ ਨਾਲ ਇਕੱਲੇ 'ਚ ਗੱਲ ਕਰਨ ਦਾ ਮੌਕਾ ਮਿਲ ਜਾਵੇ ਤੇ ਇੱਧਰ ਰਘੂ ਚਾਚਾ ਵੀ ਵਿਕਾਸ ਨਾਲ ਗੱਲ ਕਰਨ ਦਾ ਮੌਕਾ ਲੱਭ ਰਹੇ ਸੀ, ਪਰ ਉਹ ਇਕੱਲੇ ਹੀ ਮਿਲ ਹੀ ਨਹੀਂ ਕਿਉਂ ਰਿਹਾ ਸੀ। ਉਸ ਦਾ ਹਾਲ ਵੀ ਬਹੁਤ ਖਰਾਬ ਹੋ ਰਿਹਾ ਸੀ। ਉਸ ਦੀਆਂ ਅੱਖਾਂ ਲਾਲ ਹੋ ਚੁੱਕੀਆਂ ਸੀ। ਉਸ ਦਾ ਮਨ ਰੋਣ ਨੂੰ ਕਰ ਰਿਹਾ ਸੀ, ਪਰ ਸਾਰਿਆਂ ਦੇ ਸਾਹਮਣੇ ਉਹ ਰੋ ਵੀ ਨਹੀਂ ਪਾ ਰਿਹਾ ਸੀ। ਆਖਰਕਾਰ ਜਦੋਂ ਸਾਰੇ ਕੋਠੇ 'ਤੇ ਘੁੰਮ ਰਹੇ ਸੀ ਤਾਂ ਉਹ ਕਹਿਣ ਲੱਗਿਆ ਕਿ ਮੈਂ ਬਾਹਰ ਬਗੀਚੇ 'ਚ ਘੁੰਮ ਕੇ ਆਉਣਾ, ਮੇਰੇ ਪੇਟ 'ਚ ਦਰਦ ਹੋ ਰਿਹਾ। ਇੰਨਾ ਕਹਿ ਕੇ ਉਹ ਪੌੜੀਆਂ ਤੋਂ ਥੱਲੇ ਉਤਰਦਾ ਹੋਇਆ ਬਗੀਚੇ 'ਚ ਪਹੁੰਚ ਗਿਆ। ਇੱਕ ਦਰਖਤ ਦੇ ਪਿੱਛੇ ਖੜਾ ਹੋ ਕੇ ਉਹ ਆਪਣੇ ਹੰਝੂ ਵਹਾਉਣ ਲੱਗਿਆ, ਆਪਣੀਆਂ ਹੀ ਅੱਖਾਂ ਦੇ ਸਾਹਮਣੇ ਅੱਜ ਆਪਣੇ ਪਿਆਰ ਨੂੰ ਕਿਸੇ ਹੋਰ ਦੀ ਪਤਨੀ ਦੇ ਰੂਪ 'ਚ ਦੇਖ ਕੇ ਉਸ ਦਾ ਦਿਲ ਅੰਦਰ ਤੱਕ ਟੁੱਟ ਗਿਆ। ਉਦੋਂ ਹੀ ਉਸ ਨੂੰ ਆਪਣੇ ਮੋਢੇ 'ਤੇ ਕਿਸੇ ਦਾ ਹੱਥ ਦਿਖਾਈ ਦਿੱਤਾ। ਉਸ ਨੇ ਹੈਰਾਨੀ ਨਾਲ ਪਿੱਛੇ ਮੁੜ ਕੇ ਦੇਖਿਆ ਤਾਂ ਹਵੇਲੀ ਦੇ ਨੌਕਰ ਨੂੰ ਦੇਖ ਕੇ ਉਹ ਆਪਣੇ ਹੰਝੂ ਸਾਫ਼ ਕਰਨ ਲੱਗਿਆ। ਰਘੂ ਚਾਚਾ ਨੇ ਕਿਹਾ, ਸੁਣ ਪੁੱਤ, ਮੈਂ ਤੈਨੂੰ ਕੁਝ ਦੱਸਣ ਆਇਆ ਹਾਂ। ਇੰਨਾ ਕਹਿ ਕੇ ਹੌਲੀ ਹੌਲੀ ਉਹਨਾਂ ਨੇ ਸਾਰੀ ਗੱਲ ਵਿਕਾਸ ਨੂੰ ਦੱਸੀ ਕਿ ਕਿਸ ਤਰ੍ਹਾਂ ਕਾਜਲ ਨੇ ਆਪਣੇ ਫੁੱਫੜ ਜੀ ਦੇ ਦਬਾਅ 'ਚ ਇਹ ਵਿਆਹ ਕੀਤਾ, ਇਸ ਘਰ ਵਿੱਚ ਉਸ ਦੇ ਨਾਲ ਕੀ ਹੋ ਰਿਹਾ। ਇਹ ਸਭ ਕੁਝ ਸੁਣ ਕੇ ਵਿਕਾਸ ਦਾ ਖੂਨ ਖੌਲ ਗਿਆ। ਉਹ ਕਹਿਣ ਲੱਗਿਆ, ਚਾਚਾ ਜੀ, ਮੈਨੂੰ ਤਾਂ ਲੱਗਿਆ ਕਿ ਉਹ ਇੰਨੇ ਵੱਡੇ ਘਰ ਦੀ ਨੂੰਹ ਬਣ ਕੇ ਬਹੁਤ ਖੁਸ਼ ਹੋਵੇਗੀ, ਪਰ ਮੈਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਉਸ ਦੇ ਨਾਲ ਇਹ ਸਭ ਹੋ ਰਿਹਾ। ਵਾਰਸ ਦੇ ਚੱਕਰ 'ਚ ਇਹ ਲੋਕ ਕਿੰਨੀ ਘਟੀਆ ਹਰਕਤ ਕਰ ਰਹੇ ਆ। ਕਲਪਨਾ ਵੀ ਤਾਂ ਇਸ ਘਰ ਦੀ ਧੀ ਆ, ਫਿਰ ਵੀ ਇਹ ਲੋਕ ਕਿੰਨੇ ਘਟੀਆ ਇਨਸਾਨ ਆ। ਸੱਚਮੁੱਚ ਇੰਨੀ ਵੱਡੀ ਹਵੇਲੀ 'ਚ ਰਹਿਣ ਵਾਲੇ ਲੋਕਾਂ ਦੀ ਸੋਚ ਕਿੰਨੀ ਛੋਟੀ ਆ, ਇਹ ਮੈਨੂੰ ਅੱਜ ਪਤਾ ਲੱਗਿਆ। ਰਘੂ ਚਾਚਾ ਕਹਿਣ ਲੱਗੇ ਕਿ ਉਂਝ ਤਾਂ ਕਲਪਨਾ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ, ਪਰ ਇਹ ਉਸ ਨੂੰ ਇਸ ਘਰ ਦਾ ਵਾਰਸ ਨਹੀਂ ਸਮਝਦੇ। ਕਈ ਵਾਰ ਤਾਂ ਵੱਡੇ ਮਾਲਕ ਨੇ ਵੀ ਕਲਪਨਾ ਨੂੰ ਬਹੁਤ ਰਵਾਇਆ। ਇਸ ਤਰ੍ਹਾਂ ਕਲਪਨਾ ਵੀ ਬਹੁਤ ਦੁਖੀ ਰਹਿੰਦੀ ਆ ਕਿ ਉਸ ਦੇ ਪਿਤਾ ਉਸ ਨੂੰ ਇਸ ਘਰ ਦਾ ਵਾਰਸ ਨਹੀਂ ਸਮਝਦੇ ਤੇ ਅੱਜ ਦੇਖੋ ਵਾਰਸ ਦੇ ਲਈ ਇਹ ਕਿੰਨਾ ਥੱਲੇ ਡਿੱਗ ਚੁੱਕੇ ਆ। ਵਿਕਾਸ ਨੇ ਹੌਲੀ ਹੌਲੀ ਆਵਾਜ਼ ਵਿੱਚ ਕਿਹਾ ਕਿ ਕਲਪਨਾ ਮੇਰੀ ਬਹੁਤ ਵਧੀਆ ਦੋਸਤ ਆ, ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਮੈਨੂੰ ਉਸ ਨਾਲ ਗੱਲ ਕਰਨੀ ਹੋਵੇਗੀ। ਫਿਰ ਉਸਨੇ ਕਲਪਨਾ ਨੂੰ ਇਕੱਲੇ 'ਚ ਬੁਲਾਇਆ ਤੇ ਉਸ ਨੂੰ ਸਭ ਕੁਝ ਦੱਸਿਆ। ਕਲਪਨਾ ਤਾਂ ਹੈਰਾਨ ਰਹਿ ਗਈ। ਉਹ ਕਹਿਣ ਲੱਗੀ ਕਿ ਮੈਂ ਤਾਂ ਸਿਰਫ ਇਹੀ ਸੋਚਦੀ ਸੀ ਕਿ ਇਸ ਘਰ ਵਿੱਚ ਕੋਈ ਮੈਨੂੰ ਕੁਝ ਨਹੀਂ ਸਮਝਦਾ, ਇਸ ਲਈ ਮੈਂ ਸਾਰਿਆਂ ਤੋਂ ਅਲੱਗ ਰਹਿੰਦੀ ਸੀ, ਪਰ ਇੱਕ ਵਾਰਸ ਦੇ ਲਈ ਇੰਨਾ ਵੱਡਾ ਜਾਲ ਵਿਛਾਇਆ ਜਾਵੇਗਾ, ਇਸ ਗੱਲ ਦਾ ਮੈਨੂੰ ਅੰਦਾਜ਼ਾ ਵੀ ਨਹੀਂ ਸੀ। ਅੱਜ ਮੈਨੂੰ ਆਪਣੇ ਘਰ ਵਾਲਿਆਂ ਤੋਂ ਨਫ਼ਰਤ ਹੋ ਰਹੀ ਆ। ਆਖਰ ਉਹ ਕਿਸੇ ਕੁੜੀ ਦੀ ਜ਼ਿੰਦਗੀ ਨਾਲ ਇੱਦਾਂ ਕਿੱਦਾਂ ਖੇਡ ਸਕਦੇ ਆ। ਫਿਰ ਕਲਪਨਾ ਤੇ ਵਿਕਾਸ ਨੇ ਮਿਲ ਕੇ ਉਸ ਨੂੰ ਵਿਸ਼ਵਾਸ ਦਿਵਾਇਆ ਕਿ ਇਹਦੇ ਨਾਲ ਕੁਝ ਵੀ ਗਲਤ ਨਹੀਂ ਹੋਵੇਗਾ, ਵਿਕਾਸ ਤੇ ਮੈਂ ਦੋਵੇਂ ਹੀ ਤੇਰੇ ਨਾਲ ਆ। ਇਸ ਤਰ੍ਹਾਂ ਕਾਜਲ ਨੇ ਵੀ ਸੁੱਖ ਦਾ ਸਾਹ ਲਿਆ ਕਿ ਚਲੋ ਕੋਈ ਤਾਂ ਉਸ ਦੀ ਮਦਦ ਕਰਨ ਵਾਲਾ ਆਇਆ। 2 ਦਿਨਾਂ ਦੇ ਬਾਅਦ ਕਲਪਨਾ ਦੇ ਸਾਰੇ ਦੋਸਤ ਹਵੇਲੀ ਵਿੱਚੋਂ ਜਾ ਚੁੱਕੇ ਸੀ। ਉਸ ਰਾਤ ਕਾਜਲ ਨੂੰ ਪੂਰੀ ਉਮੀਦ ਸੀ ਕਿ ਉਸ ਦੇ ਜੇਠ ਦੁਬਾਰਾ ਉਸ ਦੇ ਕਮਰੇ 'ਚ ਆਉਣਗੇ,
ਪਰ ਇਸ ਵਾਰ ਸਾਰੀ ਤਿਆਰੀ ਹੋ ਚੁੱਕੀ ਸੀ। ਜਿੱਦਾਂ ਹੀ ਉਸਦੇ ਜੇਠ ਜੀ ਕਮਰੇ 'ਚ ਆਏ ਉੱਦਾਂ ਹੀ ਕਾਜਲ ਨੇ ਇਸ ਵਾਰ ਵਿਰੋਧ ਕਰਨਾ ਸ਼ੁਰੂ ਕੀਤਾ। ਤਾਂ ਉਸਦੇ ਜੇਠ ਜੀ ਕਹਿਣ ਲੱਗੇ, ਤੈਨੂੰ ਇਸ ਕੰਮ ਲਈ ਤਾਂ ਇੱਥੇ ਲਿਆਂਦਾ, ਤੇਰੇ ਫੁੱਫੜ ਨੇ 50,000 ਰੁਪਈਆ ਲੈ ਕੇ ਤੈਨੂੰ ਵੇਚਿਆ ਤੇ ਅੱਜ ਤੂੰ ਨਖਰੇ ਦਿਖਾ ਰਹੀ ਆ। ਇੰਨਾ ਕਹਿ ਕੇ ਉਹ ਉਸਦੇ ਨਾਲ ਕੁੱਟਮਾਰ ਕਰਨ ਲੱਗੇ। ਕਮਰੇ 'ਚੋਂ ਚੀਕਾਂ ਦੀ ਆਵਾਜ਼ ਸੁਣ ਕੇ ਉਸਦੀ ਸੱਸ ਵੀ ਕਮਰੇ ਵਿੱਚ ਆ ਗਈ ਤੇ ਗੁੱਸੇ 'ਚ ਕਹਿਣ ਲੱਗੀ, ਨੂੰਹ ਰਾਣੀ ਤੈਨੂੰ ਸਾਡੀ ਗੱਲ ਮੰਨਣੀ ਪਵੇਗੀ, ਨਹੀਂ ਤਾਂ ਅਸੀਂ ਤੈਨੂੰ ਇੱਥੋਂ ਗਾਇਬ ਕਰ ਦੇਵਾਂਗੇ, ਤੇਰਾ ਕੋਈ ਨਾਮੋ ਨਿਸ਼ਾਨ ਵੀ ਨਹੀਂ ਮਿਲੇਗਾ। ਉਦੋਂ ਹੀ ਪਿੱਛੋਂ ਕਲਪਨਾ ਨੇ ਕਮਰੇ ਦਾ ਪ੍ਰਵੇਸ਼ ਕੀਤਾ ਤੇ ਕਹਿਣ ਲੱਗੀ, ਦਾਦੀ ਇਹ ਕੀ ਮਜ਼ਾਕ ਚੱਲ ਰਿਹਾ। ਉਸਦੀ ਦਾਦੀ ਗੁੱਸੇ 'ਚ ਕਹਿਣ ਲੱਗੀ, ਤੂੰ ਚੁੱਪ ਕਰਕੇ ਨਿਕਲ ਜਾ ਇੱਥੋਂ, ਜੇਕਰ ਤੇਰੀ ਜਗ੍ਹਾ ਪੁੱਤਰ ਰਹਿੰਦਾ ਤਾਂ ਸਾਨੂੰ ਇੰਨਾ ਕੁਝ ਕਰਨ ਦੀ ਲੋੜ ਹੀ ਨਹੀਂ ਪੈਣੀ ਸੀ। ਕਲਪਨਾ ਤੜਫ ਗਈ ਤੇ ਕਹਿਣ ਲੱਗੀ, ਦਾਦੀ ਇਹ ਕਿੱਦਾਂ ਦੀ ਸੋਚ ਆ ਤੁਹਾਡੀ, ਅੱਜ ਕੱਲ੍ਹ ਦੇ ਸਮੇਂ 'ਚ ਧੀ ਜਾਂ ਪੁੱਤ ਇੱਕ ਸਮਾਨ ਹਨ। ਉਸਦੀ ਦਾਦੀ ਗੁੱਸੇ 'ਚ ਬੋਲੀ ਕਿ ਸਭ ਕੁਝ ਇਕੱਲੇ ਹੀ ਹੜੱਪ ਕਰ ਲੈਣਾ ਚਾਹੁੰਦੀ ਆ, ਇਸ ਲਈ ਵੱਡੀਆਂ ਵੱਡੀਆਂ ਗੱਲਾਂ ਕਰ ਰਹੀ ਆ, ਪਰ ਇੱਕ ਗੱਲ ਯਾਦ ਰੱਖੀ ਕਿ ਤੂੰ ਇਸ ਸੰਪਤੀ ਤੇ ਹਵੇਲੀ ਦੀ ਵਾਰਸ ਕਦੇ ਨਹੀਂ ਬਣ ਸਕਦੀ। ਕਲਪਨਾ ਦੀਆਂ ਅੱਖਾਂ 'ਚ ਹੰਝੂ ਆ ਗਏ ਤੇ ਉਹ ਕਹਿਣ ਲੱਗੀ ਕਿ ਮੈਨੂੰ ਇਸ ਪਰਿਵਾਰ ਵਿੱਚ ਪਿਆਰ ਤੇ ਸਨਮਾਨ ਨਾਲ ਭਰਿਆ ਸਥਾਨ ਚਾਹੀਦਾ, ਸੰਪਤੀ ਨਹੀਂ। ਤੁਹਾਨੂੰ ਹੀ ਵਾਰਸ ਦੀ ਚਿੰਤਾ ਤੇ ਉਸ ਦੇ ਚੱਕਰ 'ਚ ਤੁਸੀਂ ਪਾਪ ਕਰਦੇ ਜਾ ਰਹੇ ਹੋ। ਉਸ ਦੇ ਪਿਤਾ ਨੇ ਉਸ ਨੂੰ ਜ਼ੋਰ ਨਾਲ ਥੱਪੜ ਮਾਰਦੇ ਹੋਏ ਕਿਹਾ ਕਿ ਚੁੱਪ ਕਰਕੇ ਮੂੰਹ ਬੰਦ ਕਰਕੇ ਨਿਕਲ ਜਾ ਇੱਥੋਂ। ਉਦੋਂ ਹੀ ਕਾਜਲ ਦਾ ਪਤੀ ਵੀ ਕਮਰੇ 'ਚ ਆਇਆ ਤੇ ਕਹਿਣ ਲੱਗਿਆ, ਕਲਪਨਾ ਤੂੰ ਇੱਥੇ ਕੀ ਕਰ ਰਹੀ ਆ, ਮੰਮੀ ਤੇ ਵੀਰਾ ਜੋ ਵੀ ਕਰ ਰਹੇ ਆ ਉਹਨਾਂ ਨੂੰ ਕਰਨ ਦੇ, ਕਿਉਂਕਿ ਇਹ ਮੇਰੀ ਵੀ ਇੱਜ਼ਤ ਦਾ ਸਵਾਲ ਆ। ਇੰਨਾ ਕਹਿ ਕੇ ਉਹ ਕਲਪਨਾ ਨੂੰ ਖਿੱਚ ਕੇ ਬਾਹਰ ਲੈ ਕੇ ਜਾਣ ਲੱਗਿਆ। ਉਦੋਂ ਹੀ ਪੁਲਿਸ ਨੇ ਕਮਰੇ ਦੇ ਅੰਦਰ ਪ੍ਰਵੇਸ਼ ਕੀਤਾ। ਪਹਿਲਾਂ ਤੋਂ ਹੀ ਲੁਕੋਏ ਹੋਏ ਕੈਮਰੇ 'ਚ ਸਭ ਕੁਝ ਰਿਕਾਰਡ ਹੋ ਚੁੱਕਿਆ ਸੀ। ਪੁਲਿਸ ਨੇ ਸਾਰੇ ਅਪਰਾਧੀਆਂ ਨੂੰ ਗ੍ਰਿਫਤਾਰ ਕਰ ਲਿਆ। ਇਸ ਦੇ ਨਾਲ ਹੀ ਕਾਜਲ ਦੇ ਫੁੱਫੜ ਜੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਜਦੋਂ ਉਸਦੀ ਭੂਆ ਨੂੰ ਇਹ ਸਭ ਕੁਝ ਪਤਾ ਲੱਗਿਆ ਤਾਂ ਉਸਦਾ ਮਨ ਆਪਣੇ ਪਤੀ ਲਈ ਨਫ਼ਰਤ ਨਾਲ ਭਰ ਗਿਆ ਕਿ ਉਸਦੇ ਪਤੀ ਨੇ ਕਿੱਦਾਂ ਮੇਰੀ ਮਾਸੂਮ ਕਾਜਲ ਨੂੰ ਵੇਚ ਦਿੱਤਾ ਸੀ। ਫਿਰ ਕਾਜਲ ਨੇ ਆਪਣੇ ਪਤੀ ਤੋਂ ਤਲਾਕ ਲਿਆ। ਹੁਣ ਉਸਦੇ ਪਾਪੀ ਜੇਲ੍ਹ ਵਿੱਚ ਹਨ। ਫਿਰ ਕਾਜਲ ਦੀ ਭੂਆ ਨੇ ਬਹੁਤ ਧੂਮ-ਧਾਮ ਨਾਲ ਕਾਜਲ ਤੇ ਵਿਕਾਸ ਦਾ ਵਿਆਹ ਕਰਵਾ ਦਿੱਤਾ ਤੇ ਉਹ ਵਿਕਾਸ ਦੇ ਨਾਲ ਸ਼ਹਿਰ ਚਲੀ ਗਈ। ਇੱਧਰ ਹਵੇਲੀ ਦਾ ਅਸਲੀ ਵਾਰਸ ਉਹਨਾਂ ਨੂੰ ਮਿਲ ਚੁੱਕਿਆ ਸੀ। ਹੁਣ ਕਲਪਨਾ ਦੇ ਪਰਿਵਾਰ ਵਾਲੇ ਤਾਂ ਜੇਲ੍ਹ ਵਿੱਚ ਸੀ ਤਾਂ ਸਭ ਕੁਝ ਕਲਪਨਾ ਦੇ ਨਾਮ ਤੇ ਹੀ ਸੀ। ਕਲਪਨਾ ਨੇ ਵੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਆਪਣੇ ਨਾਲ ਪੜ੍ਹਨ ਵਾਲੇ ਰਾਜੂ ਨਾਲ ਹੀ ਵਿਆਹ ਕਰਵਾ ਲਿਆ। ਰਾਜੂ ਵੀ ਕੇਵਲ ਮਾਂ ਹੀ ਸੀ ਤਾਂ ਉਹ ਰਾਜੂ ਤੇ ਉਸਦੀ ਮਾਂ ਨਾਲ ਹਵੇਲੀ 'ਚ ਰਹਿਣ ਲੱਗੀ। ਉਸ ਨੂੰ ਕਦੇ-ਕਦੇ ਬਹੁਤ ਅਫਸੋਸ ਹੁੰਦਾ ਕਿ ਇੱਕ ਗਲਤ ਸੋਚ ਦੇ ਕਾਰਨ ਉਸਦਾ ਪੂਰਾ ਪਰਿਵਾਰ ਅੱਜ ਜੇਲ੍ਹ ਦੀਆਂ ਰੋਟੀਆਂ ਖਾ ਰਿਹਾ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਕਿਵੇਂ ਦੀ ਲੱਗੀ ਲਾਈਕ ਸ਼ੇਅਰ ਕਰਕੇ ਜ਼ਰੂਰ ਜਾਇਓ। ਜੇ ਚੈਨਲ 'ਤੇ ਅਜਿਹੀਆਂ ਕਹਾਣੀਆਂ ਹੋਰ ਸੁਣਨੀਆਂ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ, ਤਦ ਤੱਕ ਰੱਬ ਰਾਖਾ।